ਅੰਮ੍ਰਿਤ ਵੇਲੇ ਨਿਤਨੇਮ ਦੀਆਂ ਅਜਲੀਆਂ ਭਰਦੇ ਹੋ ਅਤੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸੋ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬੇ ਕਮਾਲ, ਧੰਨ ਧੰਨ ਦਸਵੀਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਸਾਖੀ ਵਿੱਚੋਂ ਕੱਲ੍ਹ ਦੀ ਵਿਚਾਰ ਆਪਾਂ ਕੀਤੀ ਸੀਗੀ ਬੱਸੀ ਤੇ ਪਠਾਣਾਂ ਨੂੰ ਸੋਧਣਾ। ਅੱਜ ਦੀ ਵਿਚਾਰ ਆਪਾਂ ਕਰਾਂਗੇ ਕਿ ਹਿੰਦੂ ਰਾਜਿਆਂ ਦਾ ਫਰੇਬ ਕਿਉਂਕਿ ਉਹ ਦਸਵੇਂ ਪਾਤਸ਼ਾਹ ਨੂੰ ਉਹਨਾਂ ਨਾਲ ਵੈਰ ਕਮਾ ਰਹੇ ਸਨ। 22 ਰਾਜੇ ਪਹਾੜੀਏ ਰਾਜੇ ਗੁਰੂ ਘਰ ਦਾ ਵਿਰੋਧ ਕਰ ਰਹੇ ਸਨ। ਹਿੰਦੂ ਰਾਜੇ ਨਵੇਂ ਸੂਰਜ ਨਵੀਂ ਸ਼ਰਾਰਤ ਸੋਚਦੇ ਸਨ। ਪਹਾੜੀਏ ਰਾਜੇ ਉਹਨਾਂ ਦੇ ਕੋਲ ਪੰਮਾ ਪੁਰੋਹਿਤ ਬੰਦਾ ਸੀ। ਉਹ ਸਦਾ ਨਵੀਂ ਤੋਂ ਨਵੀਂ ਚਾਲ ਤੇ ਚਲਾਕੀ ਸੋਚਦਾ ਹੁੰਦਾ ਸੀ। ਜਦੋਂ ਉਹਨੂੰ ਪਤਾ ਚੱਲਿਆ ਕਿ ਘਮੰਡ ਚੰਦ ਰਾਜਾ ਨੇ ਹਥਿਆਰ ਸੁੱਟ ਦਿੱਤੇ ਸਨ ਤੇ ਪੰਮੇ ਪੁਰੋਹਿਤ ਨੇ ਰਾਜਿਆਂ ਨੂੰ ਸਲਾਹ ਦਿੱਤੀ, 22 ਰਾਜਿਆਂ ਨੂੰ, ਮੇਰੇ ਵਿਚਾਰ ਵਿੱਚ ਅਸੀਂ ਤਲਵਾਰ ਸ਼ਕਤੀ ਨਾਲ ਤਾਂ ਗੁਰੂ ਜੀ ਨੂੰ ਜਿੱਤ ਨਹੀਂ ਸਕਦੇ। ਇਹ ਪੰਮਾ ਪੁਰੋਹਿਤ ਕਹਿ ਰਿਹਾ ਹੈ ਕਿ ਤਲਵਾਰ ਸ਼ਕਤੀ ਨਾਲ ਤਾਂ ਗੁਰੂ ਜੀ ਨੂੰ ਜਿੱਤ ਨਹੀਂ ਸਕਦੀ। ਚਲਾਕੀ ਨਾਲ ਭਾਵੇਂ ਜਿੱਤ ਲਈਏ, ਨੀਤੀ ਵਿੱਚ ਦੁਸ਼ਮਣ ਨਾਲ ਲੜਾਈ ਸਮੇਂ ਫਰੇਬ ਕਰਨਾ ਕੋਈ ਪਾਪ ਨਹੀਂ ਹੁੰਦਾ। ਇਸ ਵਾਸਤੇ ਰਾਏ ਦਿੰਦਾ ਹੈ ਕਿ ਮੈਂ ਇੱਕ ਆਟੇ ਦੀ ਗਊ ਬਣਾਉਂਦਾ ਹਾਂ। ਉਸ ਗਊ ਦੀ ਗਲ ਇੱਕ ਚਿੱਠੀ ਬਣ ਕੇ ਕਿਲੇ ਦੇ ਸਾਹਮਣੇ ਰੱਖ ਦਿੱਤੀ ਜਾਵੇ। ਉਸ ਨੂੰ ਪੜ੍ਹ ਕੇ ਜ਼ਰੂਰ ਗੁਰੂ ਜੀ ਮੰਨ ਲੈਣਗੇ ਤੇ ਕਿਲੇ ਨੂੰ ਛੱਡ ਜਾਣਗੇ, ਕਿਉਂਕਿ ਘੇਰਾ ਪਿਆ ਹੋਇਆ ਕਿਲੇ ਨੂੰ ਕਈ ਮਹੀਨਿਆਂ ਦਾ। ਜੇ ਨਾ ਛੱਡਣਗੇ ਤਾਂ ਗਊ ਹੱਤਿਆ ਲੱਗੇਗੀ, ਉਸ ਨੂੰ ਬਦਨਾਮ ਕਰਾਂਗੇ। ਇੱਕ ਰਾਜੇ ਨੇ ਪੁੱਛਿਆ, ਉਸ ਚਿੱਠੀ ਵਿੱਚ ਕੀ ਲਿਖਿਆ ਜਾਵੇ? ਕਹਿੰਦੇ ਉਸ ਚਿੱਠੀ 'ਚ ਲਿਖਿਆ ਜਾਵੇ ਕਿ ਅਸਾਂ ਲੜਾਈਆਂ ਲੜ ਕੇ ਭੁੱਲਾਂ ਕੀਤੀਆਂ ਹਨ। ਖਿਮਾ ਕਰੋ ਆਦਿ ਪੰਮੇ ਨੇ ਉੱਤਰ ਦਿੱਤਾ, ਪੰਮੇ ਪੁਰੋਹਿਤ ਨੇ।
ਫਿਰ ਉਸ ਚਿੱਠੀ ਨੂੰ ਤੁਸੀਂ ਹੀ ਤਿਆਰ ਕਰੋ। ਰਾਜਿਆਂ ਦਾ ਬੋਲ ਸੀ। ਪੰਮੇ ਨੇ, ਪੁਰੋਹਿਤ ਨੇ ਇਕਾਂਤ ਵੇਲੇ ਵਿੱਚ ਬੈਠ ਕੇ ਸਤਿਗੁਰੂ ਜੀ ਵੱਲ ਇੱਕ ਲੰਮੀ ਚਿੱਠੀ ਲਿਖੀ, ਜੋ ਇਸ ਤਰ੍ਹਾਂ ਸੀ ਕਿ ਸਤਿਗੁਰੂ ਜੀ, ਮੈਂ ਸਾਰੇ ਰਾਜਿਆਂ ਵੱਲੋਂ ਅਰਦਾਸ ਕਰਦਾ ਹਾਂ ਕਿ ਰਾਜਿਆਂ ਨੂੰ ਖਿਮਾ ਬਖਸ਼ੋ। ਬਹੁਤ ਭੁੱਲਾਂ ਕੀਤੀਆਂ ਹਨ, ਜੋ ਆਪ ਨਾਲ ਲੜਾਈਆਂ ਲੜੀਆਂ। ਹੁਣ ਰਾਜਿਆਂ ਦੀ ਜਾਨ ਸ਼ਿਕੰਜੇ ਵਿੱਚ ਫਸੀ ਹੈ। ਜੋ ਇਹ ਰਾਜੇ ਲੜਾਈ ਛੱਡ ਕੇ ਜਾਂਦੇ ਹਨ ਤਾਂ ਇਹਨਾਂ ਨੂੰ ਸ਼ਰਮ ਨਾਲ ਸਿਰ ਨੀਵਾਂ ਕਰਨਾ ਪੈਂਦਾ ਹੈ, ਤੇ ਦਿੱਲੀ ਬਾਦਸ਼ਾਹ ਔਰੰਗਜ਼ੇਬ ਇਹਨਾਂ ਨੂੰ ਛੱਡੇਗਾ ਨਹੀਂ। ਜੇ ਤੁਸਾਂ ਨਾਲ ਲੜਦੇ ਹਨ ਤਾਂ ਘੋਰ ਪਾਪ ਕਰਦੇ ਹਨ। ਉਹੀ ਲੜਨਾ ਨਹੀਂ ਚਾਹੁੰਦੇ। ਰਾਜੇ ਬਾਈ ਰਾਜੇ ਜਿਹੜੇ ਕਹਿ ਰਹੇ ਨੇ ਕਿ ਉਹੀ ਲੜਨਾ ਨਹੀਂ ਚਾਹੁੰਦੇ। ਇਸ ਵਾਸਤੇ ਆਟੇ ਦੀ ਗਊ ਦੀ ਸਹੁੰ ਖਾ ਕੇ ਆਖਦੇ ਹਾਂ ਕਿ ਆਪ ਜੇਕਰ ਥੋੜ੍ਹੇ ਸਮੇਂ ਵਾਸਤੇ, ਭਾਵੇਂ ਇੱਕ ਦਿਨ ਵਾਸਤੇ ਹੀ ਅਨੰਦਪੁਰ ਤੇ ਕਿਲਾ ਲੋਹਗੜ੍ਹ ਛੱਡ ਜਾਵੋ ਤਾਂ ਅਸੀਂ ਝਟਪਟ ਵਾਪਸ ਆਪਣੀ ਘਰਾਂ ਨੂੰ ਚਲੇ ਜਾਵਾਂਗੇ। ਕੂੜ ਰਾਜਨੀਤੀ ਹੈ, ਵਿਉਂਤ ਬਣਾ ਰਹੇ ਹੈ ਆਪਸਰੀ 'ਚ। ਅਸੀਂ ਆਖ ਕੇ ਕਿ ਸਤਿਗੁਰੂ ਜੀ ਅਨੰਦਪੁਰ ਚਲੇ ਗਏ ਹਨ, ਇਸ ਕਰਕੇ ਅਸੀਂ ਲੜਾਈ ਜਿੱਤ ਕੇ ਆਏ ਹਾਂ। ਤੁਸੀਂ ਅਸਾਂ ਦੀ ਬੇਨਤੀ ਨੂੰ ਪ੍ਰਵਾਨ ਕਰੋ। ਅਸੀਂ ਗਊ ਦੀ ਸੁਗੰਧ ਖਾਂਦੇ ਹਾਂ ਕਿ ਸਹੁੰ ਖਾਂਦੇ ਹਾਂ। ਇੱਕ ਹਿੰਦੂ ਵਾਸਤੇ ਗਊ ਨਾਲੋਂ ਵੱਡੀ ਤਾਂ ਹੋਰ ਕੋਈ ਸੌਗੰਧ ਹੋ ਨਹੀਂ ਸਕਦੀ। ਹੇ ਦਾਤਾਰ ਪਿਤਾ, ਅਸਾਂ ਨੂੰ ਖਿਮਾ ਬਖਸ਼ੋ। ਅਸਾਂ ਪਾਪੀ ਬੰਦਿਆਂ ਦੇ ਮੰਦ ਕਰਮਾਂ ਵੱਲ ਨਾ ਦੇਖੋ। ਪੂਰਨ ਭਰੋਸਾ ਹੈ ਕਿ ਅਸਾਂ ਦੀ ਬੇਨਤੀ ਪ੍ਰਵਾਨ ਹੋਵੇਗੀ। ਇਸ ਚਿੱਠੀ ਦੇ ਹੇਠਾਂ ਪੁਰੋਹਿਤ ਪਰਮਾਨੰਦ ਤੇ ਦਸਤਖਤ ਸਨ, ਤੇ ਨਾਲ ਹੀ ਰਾਜਿਆਂ ਦੇ ਵੀ ਦਸਤਖਤ ਸਨ। ਇਹ ਚਿੱਠੀ ਆਟੇ ਦੀ ਗਊ ਦੇ ਗਲ ਨਾਲ ਬੰਨ੍ਹ ਕੇ ਰਾਤ ਦੇ ਹਨੇਰੇ ਵਿੱਚ ਕਿਲਾ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਚੌਂਕ ਭੁਰ ਕੇ ਰੱਖ ਦਿੱਤੀ ਗਈ। ਚੌਂਕ 'ਚ ਸਵੇਰ ਹੋਈ ਤਾਂ ਸਿੰਘ ਨੇ ਅਚਰਜ ਕੋਤਕ ਦੇਖਿਆ। ਗੋਹੇ ਮਿੱਟੀ ਦਾ ਪੋਚਾ ਫੇਰ ਕੇ ਆਟੇ ਦੀ ਗਊ ਟਿਕਾਈ ਹੋਈ ਸੀ। ਉਸ ਨੂੰ ਦੇਖ ਕੇ ਸਿੰਘ ਅੱਗੇ ਹੋਏ ਤੇ ਉਹਨਾਂ ਨੇ ਉਸ ਨੂੰ ਚੁੱਕ ਲਿਆ। ਚੁੱਕ ਕੇ ਸਤਿਗੁਰੂ ਜੀ ਪਾਸ ਲੈ ਗਏ। ਸਤਿਗੁਰੂ ਜੀ ਨੇ ਗਊ ਦੇ ਗਲੋਂ ਚਿੱਠੀ ਲਾ ਕੇ ਪੜ੍ਹੀ ਤਾਂ ਹੱਸ ਪਏ। ਸਾਹਿਬਾਂ ਦੇ ਹੱਸਣ ਦਾ ਕਾਰਨ ਇਹ ਸੀ ਕਿ ਰਾਜੇ ਉਹਨਾਂ ਨਾਲ ਧੋਖਾ ਕਰ ਰਹੇ ਹਨ। ਅੰਤਰਯਾਮੀ ਸਤਿਗੁਰੂ ਸਾਰੀ ਖੇਡ ਨੂੰ ਜਾਣਦੇ ਸਨ।
ਉਹਨਾਂ ਨੇ ਸਾਰੀ ਗੱਲ ਪ੍ਰਗਟ ਕਰ ਦਿੱਤੀ। ਜਦੋਂ ਚਿੱਠੀ ਦਾ ਭਾਵ ਸਿੰਘਾਂ ਨੇ ਸੁਣਿਆ ਤਾਂ ਉਹਨਾਂ ਦੇ ਮਨਾਂ ਉੱਤੇ ਵੱਖੋ ਵੱਖ ਤਰ੍ਹਾਂ ਦਾ ਅਸਰ ਵੀ ਹੋਇਆ ਅਤੇ ਜੋ ਲੜਾਈਆਂ ਤੋਂ ਤੰਗ ਆ ਚੁੱਕੇ ਸਨ, ਉਹਨਾਂ ਨੇ ਤਾਂ ਖੁਸ਼ੀ ਮਨਾਈ ਤੇ ਬੇਨਤੀ ਕੀਤੀ ਕਿ ਇੱਕ ਦਿਨ ਕਿਲੇ ਨੂੰ ਛੱਡ ਕੇ ਬਾਹਰ ਚਲੇ ਜਾਣਾ ਚਾਹੀਏ ਆਪਾਂ ਨੂੰ। ਐ ਚਿੱਠੀ 'ਚ ਲਿਖਿਆ ਉਹਨਾਂ ਦੇ। ਹਿੰਦੂ ਹੋ ਕੇ ਗਊ ਦੀ ਸੌਗੰਧ ਚੁੱਕ ਰਹੇ ਹਨ, ਇਸ ਨਾਲੋਂ ਹੋਰ ਕੀ ਚੰਗਾ ਹੈ। ਐਸੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਸੀ ਅਤੇ ਦੂਸਰੇ ਕਹਿੰਦੇ ਸਨ ਕਿ ਪਹਾੜੀ ਰਾਜਿਆਂ ਦੀ ਸਹੁੰ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਧੋਖੇਬਾਜ਼ ਹੁੰਦੇ ਹਨ, ਜ਼ਰੂਰ ਬੇਈਮਾਨੀ ਕਰਨਗੇ। ਕਿਲੇ ਨੂੰ ਕਦੀ ਨਹੀਂ ਛੱਡਣਾ ਚਾਹੀਦਾ। ਸਤਿਗੁਰੂ ਜੀ ਦੀ ਇਹੋ ਰਾਏ ਸੀ, ਸਤਿਗੁਰਾਂ ਦੀ ਵੀ, ਕਿ ਕਿਲੇ ਨੂੰ ਨਹੀਂ ਛੱਡਣਾ ਚਾਹੀਦਾ। ਪਰ ਬਹੁ ਸਮੰਤੀ ਇਸ ਪੱਖ ਤੇ ਗਈ ਕਿ ਲੜਾਈ ਦਾ ਅੰਤ ਕਰਨਾ ਹੀ ਚੰਗਾ ਹੈ। ਅਮਨ ਵਿੱਚ ਹੀ ਲਾਭ ਹੈ। ਆਖਿਰ ਸਤਿਗੁਰੂ ਜੀ ਕਿਲਾ ਛੱਡਣ ਵਾਸਤੇ ਤਿਆਰ ਹੋ ਪਏ, ਕਿ ਉਹ ਵੀ ਨਹੀਂ ਚਾਹੁੰਦੇ ਸਨ, ਸਤਿਗੁਰੂ ਵੀ, ਕਿ ਝਗੜਾ ਹੋਵੇ, ਲੜਾਈ ਹੋਵੇ, ਤੇ ਉਹਨਾਂ ਨੇ ਮੰਨ ਲਈ। ਆਖਿਰ ਸਤਿਗੁਰੂ ਜੀ ਕਿਲਾ ਛੱਡਣ ਵਾਸਤੇ ਤਿਆਰ ਹੋ ਪਏ, ਉਹ ਵੀ ਇਸ ਵਾਸਤੇ ਕਿ ਹਿੰਦੂ ਰਾਜਿਆਂ ਦੇ ਧੋਖੇ ਦਾ ਪਾਜ ਖੋਲ੍ਹਣ ਵਾਸਤੇ, ਸੰਸਾਰ ਨੂੰ ਦੱਸਣ ਕਿ ਗੁਲਾਮੀ ਨੇ ਇਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਕਿੰਨਾ ਕਮਜ਼ੋਰ ਕਰ ਦਿੱਤਾ ਹੈ। ਲੋਹਗੜ੍ਹ ਤੇ ਕਿਲਾ ਆਨੰਦਪੁਰ ਵਿੱਚ ਕੁਝ ਸਿੰਘ ਰਾਖੀ ਵਾਸਤੇ ਛੱਡ ਕੇ ਸਤਿਗੁਰੂ ਜੀ ਕਿਲਾ ਲੋਹਗੜ੍ਹ ਤੋਂ ਨਿਕਲ ਕੇ 2 ਕੋਹ ਦੀ ਵਾਟ ਤੇ ਨਿਰਮੋਹ ਨਗਰ ਵਿੱਚ ਜਾ ਬਿਰਾਜੇ। ਸਾਹਿਬ ਅਜੇ ਉੱਥੇ ਪੁੱਜੇ ਹੀ ਸਨ ਕਿ ਪਹਾੜੀ ਰਾਜਿਆਂ ਨੇ ਗਊ ਦੀ ਸਹੁੰ ਨੂੰ ਕੱਚੇ ਤੰਦ ਦੀ ਤਰ੍ਹਾਂ ਤੋੜ ਦਿੱਤਾ। ਅਜੇ ਮੋਰਚੇ ਵੀ ਨਹੀਂ ਸਨ ਲਾਏ ਕਿ ਰਾਜਿਆਂ ਦੀ ਸੈਨਾ ਨਿਰਮੋਹ ਨਗਰ ਵੱਲ ਆਉਣ ਲੱਗੀ, ਜਿੱਥੇ ਪਾਤਸ਼ਾਹ ਬੈਠੇ ਸਨ, ਮੇਰੇ ਚੋਜੀ ਪ੍ਰੀਤਮ। ਉਸਦਾ ਵਧਣਾ ਇੱਕ ਹਨੇਰੀ ਦੀ ਤਰ੍ਹਾਂ ਸੀ। ਘੋੜਿਆਂ ਦੀ ਸ਼ੋਭਾ ਨਾਲ ਧੂੜ ਉੜਦੀ ਚਲਦੀ ਆਉਂਦੀ ਸੀ। ਜਦ ਸਤਿਗੁਰੂ ਜੀ ਨੂੰ ਪਤਾ ਲੱਗਿਆ ਕਿ ਦੁਸ਼ਮਣ ਖੋਟੀ ਨੀਤ ਨਾਲ ਆ ਰਿਹਾ ਹੈ, ਤਾਂ ਸਾਹਿਬਾਂ ਨੇ ਮੁਖੀ ਸਿੰਘਾਂ ਨੂੰ ਪਾਸ ਸਦਕੇ ਹੁਕਮ ਕੀਤਾ, ਦੇਖੋ ਵੈਰੀ ਆ ਰਿਹਾ ਹੈ, ਡਟ ਕੇ ਮੁਕਾਬਲਾ ਕੀਤਾ ਜਾਵੇ। ਰਾਜੇ ਬੇਈਮਾਨ ਹੋ ਗਏ ਹਨ, ਇਹਨਾਂ ਨੇ ਗਊ ਦੀ ਸਹੁੰ ਨੂੰ ਤੋੜ ਦਿੱਤਾ ਹੈ। ਬੇਈਮਾਨ ਥੁੱਕ ਚੱਟ ਕੇ ਗਏ ਹਨ। ਅਕਾਲ ਪੁਰਖ ਸਿੰਘਾਂ ਦੀ ਸਹਾਇਤਾ ਕਰੇਗਾ, ਭੈ ਕਰਨ ਵਾਲੀ ਕੋਈ ਗੱਲ ਨਹੀਂ। ਪਰ ਵਿਚਾਰਨਾ ਜ਼ਰੂਰ ਚਾਹੀਏ ਕਿ ਐਸੇ ਲੋਕਾਂ ਦੀ ਸਹੁੰ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਨਿਰਮੋਹ ਨਗਰ ਉੱਚਾ ਉੱਚੀ ਥਾਂ ਉੱਤੇ ਸੀ, ਉਸਦੇ ਕੋਠਿਆਂ ਉੱਪਰ ਮੋਰਚੇ ਲਾ ਕੇ ਸਿੰਘ ਡਟ ਗਏ। ਪਿੰਡ ਵਾਸੀ ਦੂਰ ਚਲੇ ਗਏ ਅਤੇ ਜੰਗ ਹੋਣ ਲੱਗੀ। ਖੂਬ ਕਟਾ ਵੱਢੀ ਹੋਈ। ਸਤਿਗੁਰ ਜੀ ਉੱਪਰ ਬੈਠੇ ਸਨ ਕਿ ਪਹਾੜੀਆਂ ਦੇ ਤੋਪਚੀ ਨੇ ਸਤਿਗੁਰੂ ਜੀ ਵੱਲ ਤੋਪ ਦਾ ਮੂੰਹ ਕਰਕੇ ਐਸਾ ਨਿਸ਼ਾਨਾ ਮਾਰਿਆ ਕਿ ਉਹ ਗੋਲਾ ਸਿੱਧਾ ਸਤਿਗੁਰੂ ਜੀ ਵੱਲ ਆਇਆ। ਪਰ ਅਕਾਲ ਪੁਰਖ ਦੇ ਰੱਖਣ ਦਾ ਰਾਹ ਨਿਆਰੇ ਹਨ। ਸਾਹਿਬ ਪਾਸੇ ਹੋ ਗਏ ਤੇ ਗੋਲਾ ਪਿਛਲੇ ਸਿੰਘਾਂ ਨੂੰ ਵੱਜਿਆ ਜੋ ਚੋਰ ਕਰ ਰਿਹਾ ਸੀ, ਅਤੇ ਉਹ ਸਿੰਘ ਸ਼ਹੀਦ ਹੋ ਗਿਆ ਜਿਹੜਾ ਸਿੰਘ ਚੋਰ ਕਰ ਰਿਹਾ ਸੀ। ਉਸ ਸਿੰਘ ਦੀ ਸ਼ਹੀਦੀ ਨੂੰ ਦੇਖ ਕੇ ਸਤਿਗੁਰੂ ਜੀ ਬੜੇ ਕ੍ਰੋਧ ਵਿੱਚ ਆਏ। ਸਾਹਿਬਾਂ ਨੇ ਤੀਰ ਕਮਾਨ ਸੰਭਾਲੀ ਤੇ ਤੀਰ ਚਲਾਉਣੇ ਸ਼ੁਰੂ ਕੀਤੇ। ਪਹਿਲੇ ਤੀਰ ਨਾਲ ਤੋਪਚੀ ਨੂੰ ਪਾਰ ਬੁਲਾਇਆ। ਸਾਹਿਬਾਂ ਦੇ ਤੀਰਾਂ ਵਿੱਚ ਐਨੀ ਬਰਕਤ ਸੀ ਕਿ ਰਾਜਿਆਂ ਦੀ ਸੈਨਾ ਦਾ ਅੱਗੇ ਵਧਣਾ ਰੁਕ ਗਿਆ। ਸਿੰਘ ਵੀ ਬਹੁਤ ਜੋਸ਼ ਨਾਲ ਤੀਰਾਂ ਦੀ ਵਰਖਾ ਕਰਨ ਲੱਗੇ। ਇੱਥੋਂ ਤੱਕ ਕਿ ਕਿਲੇ ਵਿੱਚ ਨਿਕਲ ਕੇ ਰਾਜਿਆਂ ਦੀ ਸੈਨਾ ਦੇ ਗਲ ਜਾ ਪਾਏ ਤੇ ਹੱਥੋਂ ਹੱਥੀ ਲੜਾਈ ਕਰਨ ਲੱਗੇ। ਪਹਾੜੀਆਂ ਦੀ ਸੈਨਾ ਨਾਲੋਂ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ, ਐਸੀ ਘੱਟ ਜੋ ਮੁਕਾਬਲਾ ਵੀ ਨਹੀਂ ਸੀ ਕਰ ਸਕਦੀ। ਪਰ ਸਤਿਗੁਰੂ ਜੀ ਦੀ ਮਿਹਰ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਇੱਕ ਇੱਕ ਸਿੰਘ 100 ਪਹਾੜੀਏ ਨਾਲ ਲੜ ਰਿਹਾ ਸੀ। ਅੱਧੇ ਦਿਨ ਦੀ ਲੜਾਈ ਪਿੱਛੋਂ ਪਹਾੜੀਏ ਮੈਦਾਨ ਛੱਡ ਕੇ ਤੁਰ ਗਏ। ਫਤਿਹ ਸਿੰਘਾਂ ਦੀ ਹੋਈ ਪੰਮੇ ਪਰਮਾਨੰਦ ਵਰਗੇ ਬਾਪਰ ਬ੍ਰਾਹਮਣ ਦਾ ਨਸ ਕੇ ਘਰ ਜਾ ਵੜੀ। ਮੰਦੀ ਕਮੀ ਮੰਦਾ ਹੁੰਦਾ ਹੈ, ਮਾੜੇ ਕਰਮ ਦਾ ਮਾੜਾ ਹੀ ਨਤੀਜਾ ਹੁੰਦਾ ਹੈ। ਸੱਚ ਵਾਲੇ ਪਾਸੇ ਸਦਾ ਵਾਹਿਗੁਰੂ ਦੀ ਮਦਦ ਹੁੰਦੀ ਹੈ। ਸਤਿਗੁਰੂ ਜੀ ਸੱਚੇ ਸਨ, ਆਪ ਸਤ ਧਰਮ ਨੇਮ ਕੰਮ ਤੇ ਲੋਕ ਭਲਾਈ ਵਾਸਤੇ ਲੜਦੇ ਸਨ। ਇਸ ਕਰਕੇ ਅਕਾਲ ਪੁਰਖ ਉਹਨਾਂ ਦੀ ਸਹਾਇਤਾ ਕਰਦਾ ਸੀ। ਪਹਾੜੀ ਰਾਜਿਆਂ ਦੇ ਨੱਠ ਜਾਣ ਪਿੱਛੋਂ ਸਤਿਗੁਰੂ ਜੀ ਮੁੜ ਲੋਹਗੜ੍ਹ ਕਿਲੇ ਵਿੱਚ ਆ ਪੁੱਜੇ। ਇਸ ਘਟਨਾ ਤੋਂ ਸਿੰਘਾਂ ਨੇ ਸਿੱਖਿਆ ਲਈ ਕਿ ਐਸੇ ਦੁਸ਼ਮਣ ਦੀ ਸਹੁੰ ਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ। ਔਰ ਪਰਮਾਨੰਦ ਦੀ ਚਾਲ ਸਫਲ ਨਾ ਹੋਈ, ਸਗੋਂ ਰਾਜਿਆਂ ਨੂੰ ਉਲਟੀ ਪਈ। ਰਾਜੇ ਬਹੁਤ ਸਾਰੀ ਸੈਨਾ ਤੇ ਲੜਾਈ ਦਾ ਸਮਾਨ ਨਸ਼ਟ ਕਰ ਬੈਠੇ। ਵਜ਼ੀਰ ਖਾਨ ਦੇ ਆਦਮੀ ਵੀ ਮਾਰੇ ਗਏ। ਮੈਦਾਨ ਛੱਡ ਕੇ ਘਰੋਂ ਘਰੀ ਚਲੇ ਗਏ। ਇਸ ਹਾਰ ਨੇ ਉਹਨਾਂ ਦੇ ਮਨਾਂ ਉੱਤੇ ਬਹੁਤ ਸਾਰਾ ਅਸਰ ਪਾਇਆ, ਬੁਰਾ ਅਸਰ ਹੋਇਆ।
ਉਹ ਸ਼ਰਮ ਦੇ ਮਾਰੇ ਸਿਰ ਉੱਚਾ ਨਹੀਂ ਸਨ ਕਰ ਸਕਦੇ। ਪਹਾੜੀਏ ਰਾਜੀ ਆਪਣੀਆਂ ਇਸਤਰੀਆਂ ਦੇ ਸਾਹਮਣੇ ਵੀ ਨਹੀਂ ਸਨ ਹੁੰਦੇ। ਦੂਸਰੇ ਪਾਸੇ ਵਜ਼ੀਰ ਖਾਂ ਸੂਬਾ ਸਰਹੰਦ ਵੀ ਤੰਗ ਸੀ ਕਿ ਉਹਦੇ ਸੂਬੇ ਵਿੱਚ ਲੜਾਈਆਂ ਹੋ ਰਹੀਆਂ ਸਨ। ਦਿੱਲੀ ਵੱਲੋਂ ਉਹਨਾਂ ਨੂੰ ਝਾੜਾਂ ਪੈਂਦੀਆਂ ਸਨ। ਇਸ ਵਾਰ ਦੀ ਉਹ ਵੀ ਕਿਸੇ ਸੋਚ ਵਿੱਚ ਵੀ ਸੀ ਕਿ ਕੀ ਕਰੇ। ਰਾਜਾ ਬੰਸਾਲੀ ਸਤਿਗੁਰੂ ਜੀ ਦੇ ਸ਼ਰਧਾ ਰੱਖਦਾ ਸੀ। ਰਾਜਾ ਬੰਸਾਲੀ ਉਸਨੂੰ ਵਜ਼ੀਰ ਖਾਨ ਨੇ ਆਪਣੇ ਕੋਲ ਸੱਦਿਆ ਤੇ ਆਖਿਆ, ਹੇ ਰਾਜਨ, ਕੋਈ ਵਸੀਲਾ ਦੱਸੋ ਜਿਸ ਨਾਲ ਅਨੰਦਪੁਰ ਦੀਆਂ ਲੜਾਈਆਂ ਦਾ ਅੰਤ ਹੋ ਜਾਵੇ। ਸਿੰਘਾਂ ਦੀ ਬਸੀ ਨੂੰ ਵੀ ਲੁੱਟ ਕੇ ਲੈ ਗਏ ਹਨ। ਉੱਥੋਂ ਦੀਆਂ ਲੜਾਈਆਂ ਵਿੱਚ ਵੀ ਬਹੁਤ ਨੁਕਸਾਨ ਹੁੰਦਾ ਹੋਇਆ ਹੈ। ਦੱਸੋ ਕੀ ਚਾਰਾ ਕਰੀਏ। ਸਾਨੂੰ ਕੋਈ ਸਮਝ ਨਹੀਂ ਆ ਰਹੀ ਕਿ ਆਪਾਂ ਕੀ ਕਰੀਏ। ਸਿਆਣੇ ਜੀ ਕੋਈ ਚੰਗੀ ਸਲਾਹ ਦੇਵੇ। ਹੁਣ ਜਾਪਨਾ ਹੁਣ ਬੰਸਾਲੀ ਰਾਜਾ ਕਹਿਣ ਲੱਗਿਆ ਕਿ ਜਾਪਨਾ ਮੈਂ ਨਾਚੀਜ਼ ਬੰਦਾ ਕੀ ਸਲਾਹ ਦੇ ਸਕਦਾ ਹਾਂ। ਆਪ ਸਿਆਣੇ ਤੇ ਨੀਤੀ ਵੇਤਾ ਹੋ ਕਿ ਨੀਤੀ ਨਾਲ ਚੱਲਦੇ ਹੋ, ਰਾਜਨੀਤੀ ਨੀਤੀ ਵੇਤਾ ਹੋ। ਫਿਰ ਵੀ ਮੈਂ ਕਹਿੰਦਾ ਹਾਂ ਕਿ ਲੜਾਈ ਨਹੀਂ ਹੋਣੀ ਚਾਹੀਦੀ। ਖੂਨ ਖਰਾਬਾ ਮਾੜਾ ਹੁੰਦਾ ਹੈ, ਦੇਸ਼ ਬਰਬਾਦ ਹੋ ਜਾਂਦਾ ਹੈ। ਰਾਜ ਕਾਜ ਦਾ ਕੰਮ ਵੀ ਚੰਗੀ ਪੱਧਰ ਨਾਲ ਨਹੀਂ ਹੁੰਦਾ। ਕੋਈ ਰਾਹ ਲੱਭਣਾ ਚਾਹੀਦਾ ਹੈ ਜਿਸ ਰਾਹੀਂ ਅਮਨ ਦੀ ਮੰਜ਼ਿਲ ਤੇ ਪਹੁੰਚ ਸਕੀਏ। ਉਹ ਫਕੀਰ ਹਨ, ਫਕੀਰ ਅੱਲਾ ਦੇ ਪਿਆਰੇ ਹੁੰਦੇ ਹਨ। ਇਹ ਵਸਾਲੀ ਦਾ ਰਾਜਾ ਕਹਿ ਰਿਹਾ ਹੈ। ਕਹਿੰਦੇ ਉਹ ਫਕੀਰ ਹਨ, ਅੱਲਾ ਦੇ ਫਕੀਰ ਪਿਆਰੇ ਹੁੰਦੇ ਹਨ। ਉਹਨਾਂ ਨਾਲ ਵੈਰ ਵਿਰੋਧ ਕਰਨਾ ਠੀਕ ਨਹੀਂ। ਇਹਨਾਂ ਨੂੰ ਹਰਾਉਣਾ ਕਠਿਨ ਹੈ। ਪਿਆਰ ਨਾਲ ਹੀ ਸਾਰੇ ਮਾਮਲੇ ਨਜਿੱਠੇ ਜਾਣੇ ਚਾਹੀਦੇ ਹਨ। ਜਿੰਦ ਨਾਲ ਨਹੀਂ ਕਿ ਜਿੱਦ ਵੀ ਨਹੀਂ ਕਰਨੀ, ਜਿੱਦ ਨਾਲ ਨਹੀਂ। ਇਹ ਗੱਲ ਠੀਕ ਹੈ, ਪਰ ਉਹਨਾਂ ਸਤਿਗੁਰੂ ਜੀ ਨਾਲ ਪਿਆਰ ਪਾਉਣਾ ਵੀ ਔਖਾ ਹੈ। ਸਰਾਹ ਤੇ ਬਾਦਸ਼ਾਹੀ ਦਾ ਡਰ ਭੈ ਭੀਤ ਕਰਦਾ ਹੈ। ਇੱਜ਼ਤ ਦਾ ਵੀ ਸਵਾਲ ਹੋਇਆ ਕਿ ਇੱਕ ਵਿਉਂਤ ਹੈ ਕਿ ਜੇ ਉਹ ਗੁਰੂ ਜੀ ਅਨੰਦਪੁਰ ਨੂੰ ਛੱਡ ਕੇ ਕਿਲੇ ਚਲੇ ਜਾਣ ਤਾਂ ਅਸੀਂ ਆਪਣੀ ਜਿੱਤ ਸਮਝਾਂਗੇ। ਮੁੜ ਕੇ ਰੋਲਾ ਗੋਲਾ ਨਹੀਂ ਹੋਵੇਗਾ। ਵਜ਼ੀਰ ਖਾਂ ਦਾ ਦਿੱਲੀ ਇਰਾਦਾ ਸੀ। ਫਿਰ ਕਿਉਂ ਕਰੀਏ ਕਿ ਮੈਂ ਸਤਿਗੁਰੂ ਜੀ ਨੂੰ ਆਪਣੀ ਰਾਜ ਵਿੱਚ ਲੈ ਜਾਂਦਾ ਹਾਂ। ਮੈਨੂੰ ਆਸ ਹੈ ਕਿ ਸਤਿਗੁਰੂ ਜੀ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨਗੇ। ਇਹ ਬੰਸਾਲੀ ਦਾ ਰਾਜਾ ਕਹਿ ਰਿਹਾ ਹੈ। ਮੈਂ ਜਾ ਕੇ ਉਹਨਾਂ ਨੂੰ ਆਖਦਾ ਹਾਂ, ਪਰ ਜੇ ਆਪ ਬਚਨ ਦੇਵੋ ਕਿ ਤੁਸੀਂ ਉਹਨਾਂ ਦੀ ਸੈਨਾ ਉੱਪਰ ਹਮਲਾ ਨਹੀਂ ਕਰੋਗੇ, ਨਹੀਂ ਹਮਲਾ ਹੋਵੇਗਾ। ਰਾਜਾ ਸਾਹਿਬ, ਅਸੀਂ ਬਚਨ ਦਿੰਦੇ ਹਾਂ ਕਿ ਕੋਈ ਹਮਲਾ ਨਹੀਂ ਕਰੇਗਾ। ਔਰੰਗਜ਼ੇਬ ਸਰਹੰਦ ਸੂਬਾ ਕਹਿ ਰਿਹਾ ਹੈ ਕਿ ਮੈਂ ਹਮਲਾ ਨਹੀਂ ਕਰਦਾ।
ਬੰਸਾਲੀ ਇਹ ਰਾਜਾ ਮੰਨ ਗਿਆ ਤੇ ਹੁਣ ਇਉਂ ਫੈਸਲਾ ਹੋਇਆ ਕਿ ਰਾਜਾ ਬੰਸਾਲੀ ਵਜ਼ੀਰ ਖਾਂ ਕੋਲੋਂ ਉੱਠ ਕੇ ਸਿੱਧਾ ਆਨੰਦਪੁਰ ਨੂੰ ਗਿਆ। ਆਨੰਦਪੁਰ ਪੁੱਜਿਆ, ਅੱਗੇ ਸਤਿਗੁਰੂ ਜੀ ਦਰਬਾਰ ਲਈ ਬੈਠੇ ਸਨ, ਕਿਉਂਕਿ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ, ਅੰਮ੍ਰਿਤ ਵੇਲਾ ਸੀ। ਆਨੰਦਪੁਰ ਦੀ ਸਾਰੀ ਸਰਹੰਦ ਤੇ ਮੋਰਚੇ ਬੰਦੀ ਹੋ ਰਹੀ ਸੀ। ਸਿੰਘ ਸੁਰਮੇ ਇੱਧਰ ਉੱਧਰ ਤੁਰਦੇ ਫਿਰਦੇ ਸਨ। ਰਾਜਾ ਬੰਸਾਲੀ ਸਤਿਗੁਰੂ ਜੀ ਪਾਸ ਪੁੱਜ ਗਿਆ। ਉਸਨੂੰ ਕਿਸੇ ਨੇ ਨਾ ਰੋਕਿਆ ਟੋਕਿਆ। ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਹ ਬੈਠ ਗਿਆ। ਬੈਠਣ ਪਿੱਛੋਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਹੇ ਰਾਜਨ, ਕਹੋ ਕਿਵੇਂ ਆਉਣੇ ਹੋਏ। ਰਾਜਾ ਬੰਸਾਲੀ ਕਹਿੰਦਾ ਹੈ ਕਿ ਸਤਿਗੁਰੂ ਜੀ, ਆਪ ਜੀ ਦੇ ਦਰਸ਼ਨਾਂ ਵਾਸਤੇ ਪਾਪੀ ਜੀਵ ਹਾਂ ਭਵ ਸਾਗਰ ਦਾ ਪੈ ਤੰਗ ਕਰ ਰਿਹਾ ਹੈ। ਭਵ ਸਾਗਰ ਤੋਂ ਪਾਰ ਕਰੋ, ਦਿਲ ਦੇ ਡਰ ਨੂੰ ਦੂਰ ਕਰੋ। ਰਾਜੇ ਬੰਸਾਲੀ ਦਾ ਇਹ ਉੱਤਰ ਸੀ। ਵਾਹਿਗੁਰੂ ਦੇ ਨਾਮ ਸਿਮਰਨ ਨਾਲ ਭਵ ਸਾਗਰ ਦਾ ਭੈ ਦੂਰ ਹੁੰਦਾ ਹੈ। ਵਾਹਿਗੁਰੂ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਹੀ ਸਰਬ ਦਾ ਰਾਖਾ ਹੈ। ਗਰੀਬਾਂ ਦੀ ਸੇਵਾ, ਸੰਤਾਂ ਦੀ ਸੰਗਤ ਜੀਵਨੀ ਨੂੰ ਚੰਗੇ ਪਾਸੇ ਲਾਉਂਦੀ ਹੈ। ਵਾਹਿਗੁਰੂ ਨੂੰ ਚੇਤੇ ਰੱਖੋ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਰਾਜਾ ਬੰਸਾਲੀ ਨੂੰ। ਬਹੁਤ ਚਿਰ ਬਚਨ ਵਿਲਾਸ ਹੋਣ ਪਿੱਛੋਂ ਰਾਜੇ ਬੰਸਾਲੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਦਾਸ ਇੱਕ ਬੇਨਤੀ ਕਰਨਾ ਚਾਹੁੰਦਾ ਹੈ। ਉਹ ਬੇਨਤੀ ਇਹ ਹੈ ਕਿ ਸੇਵਕ ਦੀ ਇੱਛਾ ਹੈ ਆਪ ਸੰਗਤ ਸਮੇਤ ਮੇਰੀ ਰਿਆਸਤ ਵਿੱਚ ਚਰਨ ਪਾਵੋ। ਸੇਵਕ ਸੇਵਾ ਕਰੋ, ਨਾਲ ਹੀ ਇਹ ਜੋ ਲੜਾਈ ਹੈ, ਇਹ ਲੜਾਈ ਦੇ ਬਦਲੇ ਇਸ ਸ਼ਾਂਤੀ ਰੂਪ ਨਗਰੀ ਉੱਤੇ ਚੜੇ ਹਨ। ਇਹ ਪਾਸੇ ਹੋ ਜਾਣਗੇ ਤੇ ਵਾਯੂਮੰਡਲ ਨਿਰਮਲ ਹੋ ਜਾਵੇਗਾ। ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਚਾਹੀਦੀ ਹੈ ਆਪ ਜੀ ਨੂੰ। ਇਹ ਬੰਸਾਲੀ ਰਾਜਾ ਕਹਿ ਰਿਹਾ ਹੈ ਗੁਰੂਆਂ ਨੂੰ ਕਿ ਜਦੋਂ ਤੱਕ ਇਹ ਚੜ੍ਹਾਈ ਕਰਕੇ ਬੈਠੇ ਰਹਿਣਗੇ, ਉਦੋਂ ਤੱਕ ਨਗਰੀ 'ਚ ਅਮਨ ਸ਼ਾਂਤੀ ਨਹੀਂ ਹੋਵੇਗੀ। ਆਪ ਦੀ ਬੇਨਤੀ ਦਾ ਪ੍ਰਵਾਨ ਕਰ ਲੈਂਦੇ ਹਾਂ। ਹੁਣ ਸਤਿਗੁਰੂ ਜੀ ਕਹਿਣ ਲੱਗੇ ਕਿ ਆਪ ਦੀ ਬੇਨਤੀ ਪ੍ਰਵਾਨ ਕਰ ਲੈਂਦੇ ਹਾਂ। ਪ੍ਰਵਾਨ ਕਰਨ ਵਿੱਚ ਕੋਈ ਝਿਜਕ ਨਹੀਂ, ਪਰ ਦੁਸ਼ਮਣ ਬੇਈਮਾਨ ਹੈ। ਉਹ ਬਿਨਾਂ ਕਾਰਨ ਲੜਾਈ ਲੜਨ ਤੋਂ ਨਹੀਂ ਪਾਉਂਦਾ। ਉਸ ਦਾ ਕੀ ਇਲਾਜ ਕੀਤਾ ਜਾਵੇ? ਸਤਿਗੁਰੂ ਜੀ ਦਾ ਬਚਨ ਸੀ, ਨਹੀਂ ਹੁਣ ਨਾ ਹਿੰਦੂ ਸੈਨਾ ਆਪ ਵੱਲ ਦੇਖੇਗੀ ਤੇ ਨਾ ਵਜ਼ੀਰ ਖਾਂ ਦੀ ਸੈਨਾ, ਕਿਉਂਕਿ ਉਹਨਾਂ ਨੂੰ ਗਿਆਨ ਹੋ ਗਿਆ ਹੈ ਕਿ ਹੁਣ ਉਹ ਤੁਸਾਂ ਦਾ ਕੁਝ ਨਹੀਂ ਵਿਗਾੜ ਸਕਦੇ। ਆਪ ਦੀ ਸ਼ਕਤੀ ਪ੍ਰਬਲ ਹੈ, ਭਗਵਾਨ ਆਪ ਦੀ ਸਹਾਇਤਾ ਕਰਦਾ ਹੈ। ਇਸ ਵਾਸਤੇ ਦੁਸ਼ਮਣ ਤੋਂ ਨਹੀਂ ਡਰਨਾ ਚਾਹੀਦਾ। ਜੇ ਕਿਸੇ ਤਰ੍ਹਾਂ ਦਾ ਡਰ ਵੀ ਹੋਵੇ ਤਾਂ ਆਪ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਆਪ ਸਰਬ ਕਲਾ ਸੰਪੂਰਨ ਹੋ, ਮਹਾ ਬ੍ਰਹਮਾ ਦਾ ਰੂਪ ਹੋ, ਆਪ ਦਾਤਾ ਵਿਸ਼ਨੂੰ ਅਵਤਾਰ ਹੋ। ਆਪ ਨੂੰ ਕੌਣ ਜਿੱਤ ਸਕਦਾ ਹੈ? ਸ਼੍ਰੀ ਰਾਮਚੰਦਰ ਜੀ ਨੂੰ ਜਿੱਤਣ ਵਾਸਤੇ ਪਾਪੀ ਰਾਵਣ ਨੇ
ਬਹੁਤ ਯਤਨ ਕੀਤਾ ਸੀ, ਪਰ ਆਖਿਰ ਆਪਣੇ ਆਪ ਦਾ ਨਾਸ਼ ਕਰ ਲਿਆ ਤੇ ਸੋਨੇ ਦੀ ਲੰਕਾ ਛੜਵਾ ਲਈ ਸੀ। ਕੋਈ ਬਲੀ ਨਹੀਂ ਜੇ ਆਪ ਨੂੰ ਯੁੱਧ ਵਿੱਚ ਸਨਮੁਖ ਹੋ ਕੇ ਜਿੱਤ ਸਕੇ। ਬਸ ਮੇਰੀ ਬੇਨਤੀ ਪ੍ਰਵਾਨ ਕਰੋ। ਕੁਝ ਚਿਰ ਬੰਸਾਲੀ ਰਾਜੇ ਨੇ ਬੇਨਤੀ ਕੀਤੀ ਕਿ ਬੰਸਾਲੀ ਰਹਿ ਕੇ ਵਾਪਸ ਆ ਜਾਣਾ। ਇਹ ਬੰਸਾਲੀ ਦਾ ਰਾਜਾ ਕਹਿ ਰਿਹਾ ਹੈ। ਵਾਹਿਗੁਰੂ ਦੇ ਚੋਜਾਂ ਦਾ ਕੁਝ ਪਤਾ ਨਹੀਂ ਲੱਗਦਾ। ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਆਖ ਕੇ ਸਾਹਿਬ ਕੁਝ ਸੋਚਣ ਲੱਗ ਪਏ। ਫਿਰ ਬੋਲੇ, ਚਿੱਤ ਤਾਂ ਨਹੀਂ ਕਰਦਾ ਕਿ ਅਨੰਦਪੁਰੀ ਨੂੰ ਛੱਡੀਏ, ਪਰ ਨਾਲ ਤੁਸਾਂ ਦਾ ਪ੍ਰੇਮ ਮਜਬੂਰ ਕਰਦਾ ਹੈ ਤਾਂ ਜ਼ਰੂਰ ਚਲਦੇ ਹਾਂ। ਨਾਲ ਹੀ ਉਹਨਾਂ ਲੋਕਾਂ ਵੀ ਸਾਹਿਬਾਂ ਅੱਗੇ ਬੇਨਤੀ ਕੀਤੀ ਕਿ ਜ਼ਰੂਰ 4 ਦਿਨ ਪਾਸੇ ਹੋ ਜਾਣਾ ਚਾਹੀਦਾ ਹੈ। ਇਹਨਾਂ ਨੂੰ ਮੌਤ ਕੋਲੋਂ ਡਰ ਆਉਂਦਾ ਸੀ। ਜਿਹੜੇ ਬਹੁਤੇ ਖਾਣ ਪੀਣ ਵਾਲੇ ਮਸੰਦ ਸਨ ਤੇ ਲੜਾਈ ਦੇ ਦਿਨਾਂ ਵਿੱਚ ਘੱਟ ਖਾਣ ਨੂੰ ਮਿਲਦਾ ਸੀ। ਆਖਰ ਸਾਹਿਬਾਂ ਨੇ ਬੰਸਾਲੀ ਜਾਣ ਵਾਸਤੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ ਤੇ ਨਗਾਰੇ ਉੱਤੇ ਚੋਟ ਲਾ ਦਿੱਤੀ। ਰਣਜੀਤ ਨਗਾਰੇ ਦੀ ਚੋਟ ਨੇ ਪਰਬਤਾਂ ਨੂੰ ਕੰਬਾ ਦਿੱਤਾ। ਸਤਿਗੁਰ ਜੀ ਵੀ ਰਣਜੀਤ ਨਗਾਰੇ ਦੀ ਚੋਟ ਨੇ ਪਰਬਤਾਂ ਨੂੰ ਕੰਬਾ ਦਿੱਤਾ। ਸਤਿਗੁਰ ਜੀ ਦੇ ਮਹਿਲ ਸੇਵਕ ਸੈਨਿਕ ਤਿਆਰ ਹੋਏ, ਪਰ ਆਨੰਦਪੁਰ ਨੂੰ ਬਿਲਕੁਲ ਖਾਲੀ ਨਹੀਂ ਕੀਤਾ। ਚੰਗੇ ਜਵਾਨ ਲੜਾਕੇ ਸਿੰਘ ਕਿਲੇ ਦੇ ਸ਼ਹਿਰ ਦੀ ਰਾਖੀ ਕਰਨ ਵਾਸਤੇ ਛੱਡ ਦਿੱਤੀ। ਜਦ ਸ਼ਹਿਰ ਤੋਂ ਸਤਿਗੁਰ ਜੀ ਦਾ ਸ਼ਾਹੀ ਨਗਰ ਕੀਰਤਨ ਜਲੂਸ ਨਿਕਲਿਆ ਤਾਂ ਕੁਝ ਕੁ ਵੈਰੀ ਸਿੰਘਾਂ ਨੇ ਵੱਲ ਉਲਟੇ, ਪਰ ਸਿੰਘਾਂ ਨੇ ਤਿੱਖੀ ਤਲਵਾਰ ਨਾਲ ਐਸੇ ਆਹੂ ਲਾਹੇ ਕਿ ਉਹਨਾਂ ਦੇ ਮੂੰਹ ਪਵਾ ਦਿੱਤੇ। ਮਾਰ ਖਾ ਕੇ ਨੱਠ ਜਾਂਦੇ ਵੈਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਤਿਗੁਰੂ ਜੀ ਦਾ ਡੇਰਾ ਅੱਗੇ ਅੱਗੇ ਤੁਰਿਆ ਗਿਆ। ਚੱਲ ਚਲਾ ਚੱਲ ਬੰਸਾਲੀ ਜਾ ਪੁੱਜੇ। ਬੰਸਾਲੀ ਪੁੱਜ ਕੇ ਸਤਿਗੁਰੂ ਜੀ ਨੇ ਰਾਜ ਭਵਨ ਵਿੱਚ ਡੇਰਾ ਲਾ ਦਿੱਤਾ ਤੇ ਸਿੰਘ ਸੈਨਿਕ ਬਾਗ ਵਿੱਚ ਤੰਬੂ ਲਾ ਕੇ ਰਹਿਣ ਲੱਗੇ। ਦੋਵੇਂ ਵੇਲੇ ਦੀਵਾਨ ਹੋਣ ਲੱਗੇ ਤੇ ਸਤਿਗੁਰੂ ਜੀ ਪਾਪੀ ਜੀਵਾਂ ਨੂੰ ਭਵਸਾਗਰ ਤੋਂ ਪਾਰ ਕਰਨ ਲੱਗੇ। ਤਕਰੀਬਨ ਪੂਰਾ ਮਹੀਨਾ ਰਹਿਣ ਪਿੱਛੋਂ ਸਤਿਗੁਰੂ ਜੀ ਮੁੜ ਆਨੰਦਪੁਰਾ ਪੁੱਜੇ। ਕਿਸੇ ਨੇ ਰਾਹ ਵਿੱਚ ਨਾ ਰੁਕਿਆ ਤੇ ਨਾ ਝਗੜਾ ਕੀਤਾ। ਆਨੰਦਪੁਰ ਵਿੱਚ ਮੁੜ ਰੌਣਕਾਂ ਹੋਣੀਆਂ ਸ਼ੁਰੂ ਹੋ ਗਈਆਂ। ਮਾਝੇ ਮਾਲਵੇ ਦੇ ਕੋਠੇ ਹਾਰ ਦੀ ਸੰਗਤ ਦਰਸ਼ਨਾਂ ਨੂੰ ਵਾਸਤੇ ਆਉਣੀ ਸ਼ੁਰੂ ਹੋਈ। ਕਾਰ ਭੇਟਾਂ ਨਾਲ ਸਾਰੀਆਂ ਕਮੀਆਂ ਪੂਰੀਆਂ ਹੋਣ ਲੱਗੀਆਂ। ਸੋ ਇਹ ਅੱਜ ਦੀ ਵਿਚਾਰ। ਕੱਲ ਦੀ ਵਿਚਾਰ ਆਪਾਂ ਕਰਾਂਗੇ ਸਤਿਗੁਰੂ ਜੀ ਰਵਾਲ ਸਰਬ ਵਿੱਚ ਬੰਸਾਲੀ ਰਾਜੇ ਕੋਲ ਰਹਿਣ ਲੱਗੇ, ਕਿਉਂਕਿ ਗੁਰੂਆਂ ਨੇ ਤਾਂ ਫਿਰ ਵੀ ਮੰਨੀ ਕਿ 22 ਰਾਜੇ ਇੱਧਰੋਂ ਜ਼ੋਰ ਪਾ ਰਹੇ ਹੈ, ਇੱਧਰੋਂ ਮੁਸਲਮਾਨ ਜ਼ੋਰ ਪਾ ਰਹੇ ਹੈ, ਕਿਉਂਕਿ ਵਿਰੋਧਤਾ ਦੋਨਾਂ ਦੀ ਗੁਰੂ ਘਰ ਨਾਲ ਹੈ। ਕਿਉਂਕਿ ਉਹਨਾਂ ਨੂੰ ਗੁਰੂਆਂ ਦੀ ਠਾਠ ਬਾਠ ਤੋਂ ਗੁਰੇਜ਼ ਸੀ, ਕਿਉਂਕਿ ਉਹ ਚਾਹੁੰਦੇ ਸੀ ਕਿ ਗੁਰੂ ਸਾਡੇ ਅੱਗੇ ਝੁਕੇ ਤੇ ਉਹ ਤਾਂ ਅਕਾਲ ਪੁਰਖ ਦੀ ਜੋਤ ਸੀ। ਧੰਨ ਧੰਨ ਦਸਵੇਂ ਪਾਤਸ਼ਾਹ। ਸਾਰਿਆਂ ਨੂੰ ਪਤਾ ਚੱਲ ਗਿਆ ਸੀ ਸੰਸਾਰ 'ਚ ਕਿ ਉਹ ਅਕਾਲ ਪੁਰਖ ਦੀ ਜੋਤ ਹੈ ਤੇ ਉਹਨੂੰ ਹਰਾਉਣਾ ਬਿਲਕੁਲ ਉਹਨਾਂ ਨਾਲ ਵੈਰ ਲੈਣਾ ਹੈ। ਸੋ ਇਹ ਅੱਜ ਦੀ ਵਿਚਾਰ। ਵੱਧ ਚੜ੍ਹ ਕੇ ਨਿਤਨੇਮ ਦੀ ਹਾਜ਼ਰੀ ਭਰਿਆ ਕਰੋ ਅਤੇ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ।
ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਏ ਅਰਦਾ।